गुड मॉर्निंग बच्चों। जमात 12वीं ਦੇ ਲਾਜ਼ਮੀ ਪੰਜਾਬੀ ਵਿਸ਼ੇ ਅਧੀਨ ਗੁਲਜ਼ਾਰ ਸਿੰਘ ਸੰਧੂ ਦੁਆਰਾ ਲਿਖੀ ਕਹਾਣੀ ਘਰ ਜਾ ਆਪਣੇ ਅਸੀਂ ਪੜ੍ਹ ਚੁੱਕੇ ਹਾਂ। ਜਿਨ੍ਹਾਂ ਵਿਦਿਆਰਥੀਆਂ ਨੇ ਹਾਲੇ ਤੱਕ ਕਹਾਣੀ ਨਹੀਂ ਪੜ੍ਹੀ ਜਾਂ ਨਹੀਂ ਸੁਣੀ ਉਹ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਲਿੰਕ ਦੁਆਰਾ ਕਹਾਣੀ ਨੂੰ ਸੁਣ ਸਕਦੇ ਤਾਂ ਜੋ ਪ੍ਰਸ਼ਨਾਂ ਨੂੰ ਸਮਝਣਾ ਤੁਹਾਡੇ ਲਈ ਸੁਖਾਲਾ ਹੋ ਸਕੇ। ਪੜ੍ਹਦੇ ਹਾਂ ਪ੍ਰਸ਼ਨ ਪਹਿਲਾ। ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕੀ ਕੀਤਾ? ਉੱਤਰ ਹੈ, ਜਦੋਂ ਜੀਤੋ ਦਾ ਵੀਰ ਆਪਣੇ ਵਿਆਹ ਲਈ ਨਹੀਂ ਸੀ ਮੰਨ ਰਿਹਾ ਤੇ ਘਰ ਵਿੱਚ ਕਿਸੇ ਵਿਆਹ ਉੱਤੇ ਰਿਸ਼ਤੇਦਾਰਾਂ ਦਾ ਇਕੱਠ ਹੋਇਆਂ 40 ਸਾਲ ਬੀਤ ਗਏ ਸਨ ਤਾਂ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਉਸ ਤੋਂ 8-10 ਸਾਲ ਛੋਟੀ ਉਸ ਦੀ ਭੈਣ ਜੀਤੋ ਦਾ ਵਿਆਹ ਧਰ ਦਿੱਤਾ। ਪ੍ਰਸ਼ਨ ਦੂਸਰਾ, ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਣ ਵਿੱਚ ਮੱਤ ਕਿਉਂ ਮਾਰੀ ਗਈ ਸੀ? ਉੱਤਰ ਹੈ, ਜੀਤੋ ਦੇ ਵੀਰ ਦੀ ਵਿਆਹ ਦੇ ਘਮਸਾਣ ਵਿੱਚ ਮੱਤ ਇਸ ਕਰਕੇ ਮਾਰੀ ਗਈ ਸੀ ਕਿਉਂਕਿ ਵਿਆਹ ਸੰਬੰਧੀ ਘਰ ਤੋਂ ਬਾਹਰਲੇ ਸਾਰੇ ਕੰਮਾਂ ਦਾ ਪ੍ਰਬੰਧ ਉਸ ਦੇ ਸਿਰ ਸੀ। ਇੱਕ ਕੰਮ ਮੁੱਕਦਾ ਤੇ ਦੂਜਾ ਤਿਆਰ ਹੁੰਦਾ। ਬਰਾਤ ਢੁੱਕਣ ਵਿੱਚ ਕੇਵਲ ਇੱਕ ਦਿਨ ਰਹਿ ਗਿਆ ਸੀ। ਅਜੇ ਆਨੰਦ ਕਾਰਜ ਉੱਤੇ ਆਉਣ ਵਾਲੇ ਰਾਗੀਆਂ ਬਰਾਤੀਆਂ ਦੇ ਖਾਣੇ ਲਈ ਮੇਜ਼ਾਂ ਕੁਰਸੀਆਂ ਕਰੋਕਰੀ ਫਲ ਫਰੂਟ ਤੇ ਸੌਣ ਲਈ ਬਿਸਤਰਿਆਂ ਦਾ ਪ੍ਰਬੰਧ ਕਰਨਾ ਬਾਕੀ ਸੀ। ਪ੍ਰਸ਼ਨ ਤੀਸਰਾ, ਆਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ? ਉੱਤਰ ਹੈ, ਆਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਸਿੱਖਿਆ ਦੇ ਰਿਹਾ ਸੀ ਕਿ ਸਹੁਰੇ ਘਰ ਜਾ ਕੇ ਉਸਨੇ ਕਿਸ ਤਰ੍ਹਾਂ ਨਿਮਰਤਾ ਤੇ ਅਧੀਨਗੀ ਵਾਲਾ ਜੀਵਨ ਗੁਜ਼ਾਰਨਾ ਹੈ। ਉੱਥੇ ਉਸ ਲਈ ਪਤੀ ਹੀ ਪਰਮੇਸ਼ਰ ਹੈ। ਉਸਨੇ ਹਰ ਕੰਮ ਵਿੱਚ ਉਸ ਦੀ ਸਲਾਹ ਲੈਣੀ ਹੈ। ਉਸਨੇ ਬਿਨਾਂ ਪੁੱਛੇ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰਨਾ। ਪਤੀ ਨੂੰ ਖੁਸ਼ ਰੱਖਣ ਲਈ ਉਸਨੂੰ ਨਿਵਣ ਖਵਣ ਆਦਿ ਗੁਣਾਂ ਨੂੰ ਧਾਰਨ ਕਰਨਾ ਚਾਹੀਦਾ ਹੈ। ਪ੍ਰਸ਼ਨ ਚੌਥਾ, ਜੀਤੋ ਦੇ ਵੀਰ ਦੇ ਸੁਭਾਅ ਬਾਰੇ ਕੁਝ ਸਤਰਾਂ ਲਿਖੋ। ਉੱਤਰ ਹੈ, ਜੀਤੋ ਦਾ ਵੀਰ ਉਸ ਤੋਂ 8-10 ਸਾਲ ਵੱਡਾ ਸੀ। ਉਹ ਆਪਣੇ ਵਿਆਹ ਲਈ ਇਸ ਕਰਕੇ ਨਹੀਂ ਸੀ ਮੰਨਦਾ ਕਿਉਂਕਿ ਉਹ ਇਹ ਸੋਚ ਕੇ ਡਰ ਜਾਂਦਾ ਸੀ ਕਿ ਉਸ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਹੈ ਜਿਸ ਨੂੰ ਉਹ ਨੇੜਿਓਂ ਨਹੀਂ ਜਾਣਦਾ। ਉਹ ਇੱਕ ਜ਼ਿੰਮੇਵਾਰ ਨੌਜਵਾਨ ਸੀ ਜੋ ਕਿ ਆਪਣੀ ਭੈਣ ਦੇ ਵਿਆਹ ਦੀ ਤਿਆਰੀ ਦਾ ਸਾਰਾ ਕੰਮ ਕਰਦਾ ਹੈ। ਉਂਝ ਉਹ ਜਿੱਦੀ ਵੀ ਸੀ। ਉਸ ਦੇ ਮੂੰਹੋਂ ਜਦੋਂ ਇੱਕ ਵਾਰੀ ਨਾ ਨਿਕਲ ਜਾਵੇ ਤਾਂ ਉਹ ਕਦੀ ਹਾਂ ਨਹੀਂ ਸੀ ਕਰਦਾ। ਉਹ ਸੰਵੇਦਨਸ਼ੀਲ ਵੀ ਸੀ। ਜਦੋਂ ਗਵਈਆ ਸਹੁਰੇ ਘਰ ਜਾ ਰਹੀ ਜੀਤੋ ਲਈ ਪੈਦਾ ਹੋਣ ਵਾਲੇ ਮਾਪਿਆਂ ਤੋਂ ਵਿਛੋੜੇ ਦਾ ਦੁੱਖ ਬਿਆਨ ਕਰਦਾ ਹੈ ਤਾਂ ਉਸ ਦਾ ਮਨ ਇੰਨਾ ਉਦਾਸ ਹੋ ਜਾਂਦਾ ਹੈ ਕਿ ਉਹ ਉਸ ਦਾ ਗਾਣਾ ਬੰਦ ਕਰਾ ਦਿੰਦਾ ਹੈ। ਉਸ ਦਾ ਆਪਣੀ ਭੈਣ ਜੀਤੋ ਨਾਲ ਬਹੁਤ ਪਿਆਰ ਸੀ। ਉਹ ਆਪਣੇ ਮਾਂ ਪਿਓ ਤੋਂ ਦੂਰ ਨੀਲੋ ਖੇੜੀ ਵਿੱਚ ਦੋਵੇਂ ਭੈਣ ਭਰਾ ਬੜੇ ਪਿਆਰ ਨਾਲ ਰਹੇ ਸਨ। ਅੰਤ ਵਿੱਚ ਉਸ ਨਾਲ ਇਹੋ ਪਿਆਰ ਤੇ ਆਪਣਾ ਘਰ ਛੱਡ ਕੇ ਕਿਸੇ ਅਣਜਾਣ ਬੰਦੇ ਨਾਲ ਰਹਿਣ ਲਈ ਸਹੁਰੀ ਜਾ ਰਹੀ ਭੈਣ ਦੇ ਮਾਨਸਿਕ ਦੁੱਖ ਦਾ ਅਨੁਭਵ ਹੀ ਉਸਨੂੰ ਉਸਦੇ ਨਾਲ ਉਸਦੇ ਸਹੁਰੇ ਘਰ ਜਾਣ ਲਈ ਤਿਆਰ ਕਰ ਦਿੰਦਾ ਹੈ। ਅੱਗੇ ਹਨ ਵਸਤੂਨਿਸ਼ਟ ਪ੍ਰਸ਼ਨ। ਪ੍ਰਸ਼ਨ ਪਹਿਲਾ, ਘਰ ਜਾ ਆਪਣੇ ਕਹਾਣੀ ਦਾ ਲੇਖਕ ਕੌਣ ਹੈ? ਗੁਲਜ਼ਾਰ ਸਿੰਘ ਸੰਧੂ। ਪ੍ਰਸ਼ਨ ਦੂਸਰਾ, ਤੁਹਾਡੀ ਪਾਠ ਪੁਸਤਕ ਵਿੱਚ ਗੁਲਜ਼ਾਰ ਸਿੰਘ ਸੰਧੂ ਦੀ ਲਿਖੀ ਹੋਈ ਕਿਹੜੀ ਕਹਾਣੀ ਸੰਗ੍ਰਹਿਤ ਹੈ? ਘਰ ਜਾ ਆਪਣੇ। ਪ੍ਰਸ਼ਨ ਤੀਸਰਾ, ਘਰ ਜਾ ਆਪਣੇ ਕਹਾਣੀ ਦਾ ਪਾਤਰ ਕਿਹੜਾ ਹੈ? ਜੇਕਰ ਤੁਸੀਂ ਕਹਾਣੀ ਨੂੰ ਚੰਗੀ ਤਰ੍ਹਾਂ ਸੁਣਦੇ ਹੋ ਤਾਂ ਤੁਹਾਨੂੰ ਇਹਨਾਂ ਪ੍ਰਸ਼ਨਾਂ ਨੂੰ ਹੱਲ ਕਰਨਾ ਬਹੁਤ ਆਸਾਨ ਹੁੰਦਾ। 4 ਆਪਸ਼ਨ ਦਿੱਤੀਆਂ ਹੋਈਆਂ ਤਾਂ ਘਰ ਜਾ ਆਪਣੇ ਕਹਾਣੀ ਦਾ ਪਾਤਰ ਕੌਣ ਹੈ? ਜੀਤੋ। ਪ੍ਰਸ਼ਨ ਚੌਥਾ, ਘਰ ਜਾ ਆਪਣੇ ਕਹਾਣੀ ਦੇ ਮਹੱਤਵਪੂਰਨ ਪਾਤਰਾਂ ਦੇ ਨਾਂ ਲਿਖੋ। ਹੁਣ ਇਸ ਕਹਾਣੀ ਦੇ ਵਿੱਚ ਸਿਰਫ ਇੱਕੋ ਇੱਕ ਨਾਮ ਆਇਆ ਜੋ ਕਿ ਜੀਤੋ ਦਾ ਆਇਆ। ਬਾਕੀ ਸਾਰੇ ਰਿਸ਼ਤੇ ਉਹਦੇ ਦੱਸੇ ਗਏ ਕਿਸ ਤਰ੍ਹਾਂ। ਜੀਤੋ ਦਾ ਵੀਰ, ਜੀਤੋ ਦੀ ਸਹੇਲੀ, ਜੀਤੋ ਦੇ ਮਾਂ ਤੇ ਪਿਓ, ਜੀਤੋ ਦੀਆਂ ਸਹੇਲੀਆਂ, ਤਾਏ ਚਾਚੇ ਤੇ ਪਤੀ, ਭਾਈ ਤੇ ਗਵਈਆ। ਪ੍ਰਸ਼ਨ ਪੰਜਵਾਂ, ਕਿੰਨੇ ਵਰ੍ਹਿਆਂ ਤੋਂ ਜੀਤੋ ਹੋਰਾਂ ਦੇ ਘਰ ਵਿੱਚ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ? ਪਿਛਲੇ 40 ਸਾਲਾਂ ਤੋਂ। ਪ੍ਰਸ਼ਨ ਅਗਲਾ, ਜੀਤੋ ਹੋਰਾਂ ਦੇ ਘਰ 40 ਵਰ੍ਹੇ ਪਹਿਲਾਂ ਕਿਸ ਦਾ ਵਿਆਹ ਹੋਇਆ ਸੀ? ਉਸ ਦੇ ਬਾਪੂ ਦਾ। ਪ੍ਰਸ਼ਨ ਅਗਲਾ, ਕੌਣ ਵਿਆਹ ਲਈ ਨਹੀਂ ਸੀ ਮੰਨਦਾ? ਘਰ ਜਾ ਆਪਣੇ ਕਹਾਣੀ ਦਾ ਮੁੱਖ ਪਾਤਰ ਕੌਣ ਹੈ? ਕੌਣ ਵਿਆਹ ਲਈ ਨਹੀਂ ਮੰਨਦਾ ਸੀਗਾ? ਜੀਤੋ ਦਾ ਵੀਰ। ਤੇ ਅੱਗੇ ਘਰ ਜਾ ਆਪਣੇ ਕਹਾਣੀ ਦਾ ਮੁੱਖ ਪਾਤਰ ਵੀ ਉਹਦਾ ਵੀਰ ਕਿਉਂਕਿ ਸਾਰੀ ਕਹਾਣੀ ਦਾ ਕੇਂਦਰ ਉਹ ਬਣਿਆ ਰਹਿੰਦਾ ਹੈ। ਪ੍ਰਸ਼ਨ 8ਵਾਂ, ਵਿਆਹ ਇਕੱਠੇ ਮਿਲ ਕੇ ਬੈਠਣ ਦਾ ਇੱਕੋ ਇੱਕ ਮੌਕਾ ਹੁੰਦਾ ਹੈ, ਸਹੀ ਜਾਂ ਗਲਤ? ਬਿਲਕੁਲ ਸਹੀ। ਅੱਗੇ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕਿਹੜਾ ਤਰੀਕਾ ਲੱਭ ਲਿਆ?
ਜੀਤੋ ਦਾ ਵਿਆਹ ਕਰਨ ਦਾ, ਕਿਉਂਕਿ ਉਹਦਾ ਵੀਰਾ ਮੰਨਿਆ ਨਹੀਂ, ਫਿਰ ਉਹਨਾਂ ਨੇ ਜੀਤੋ ਦਾ ਵਿਆਹ ਧਰਤਾ। ਜੀਤੋ ਆਪਣੇ ਵੀਰ ਤੋਂ ਕਿੰਨੀ ਛੋਟੀ ਸੀ? 8-10 ਸਾਲ। ਜੀਤੋ ਦੀ ਉਮਰ ਕਿੰਨੀ ਸੀ? 17 ਸਾਲਾਂ ਦੀ ਸੀ। ਪ੍ਰਸ਼ਨ ਅਗਲਾ, ਵਿਆਹ ਸੰਬੰਧੀ ਘਰੋਂ ਬਾਹਰ ਦੇ ਕੰਮਾਂ ਵਿੱਚ ਕਿਸ ਦੀ ਮੱਤ ਮਾਰੀ ਗਈ ਸੀ? ਜਾਂ ਵਿਆਹ ਸੰਬੰਧੀ ਘਰੋਂ ਬਾਹਰਲੇ ਕੰਮਾਂ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਕਿਸ ਦੀ ਸੀ? ਜੀਤੋ ਦੇ ਵੀਰ ਦੀ। ਪ੍ਰਸ਼ਨ ਅਗਲਾ, ਜੀਤੋ ਦੇ ਵੀਰ ਵਿਆਹ ਦੇ ਘਮਸਾਨ ਵਿੱਚ ਮੱਤ ਮਾਰੀ ਗਈ ਸੀ ਕਿਉਂਕਿ ਆਪਸ਼ਨ ਏ, ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੁੰਦਾ ਸੀ। ਇਹੀ ਸਹੀ ਹੈ ਕਿਉਂਕਿ ਆਪਾਂ ਕਹਾਣੀ ਪੜ੍ਹੀ ਹੈ। ਸਹੀ ਆਪਸ਼ਨ ਇਹੀ ਹੈ, ਇੱਕ ਕੰਮ ਮੁੱਕਦਾ ਸੀ, ਦੂਜਾ ਉਸ ਲਈ ਤਿਆਰ ਹੋ ਜਾਂਦਾ ਸੀਗਾ, ਇਸ ਕਰਕੇ ਉਹਦੀ ਮੱਤ ਮਾਰੀ ਗਈ ਸੀ। ਅਗਲਾ ਪ੍ਰਸ਼ਨ, ਬਰਾਤੀਆਂ ਨੂੰ ਖਾਣੇ ਪਿੱਛੋਂ ਖਾਣ ਲਈ ਕੀ ਦੇਣਾ ਸੀ? ਫਲ। ਜੀਤੋ ਨੂੰ ਵਿਆਹ ਵਾਲੇ ਦਿਨ ਸਵੇਰੇ ਕਿੰਨੇ ਵਜੇ ਉਠਾਲਿਆ ਗਿਆ? 3 ਵਜੇ। ਆਨੰਦ ਕਾਰਜ ਸਮੇਂ ਜੀਤੋ ਨੂੰ ਵਿਆਹੁਤਾ ਜੀਵਨ ਸੰਬੰਧੀ ਕਿਸਨੇ ਸਿੱਖਿਆ ਦਿੱਤੀ? ਉੱਤਰ ਹੈ ਆਨੰਦ ਕਾਰਜ ਕਰਨ ਵਾਲੇ ਭਾਈ ਨੇ। 17ਵਾਂ ਪ੍ਰਸ਼ਨ, ਨਿਵਣ ਸੁਅੱਖਰ ਖਵਣ ਗੁਣ ਸ਼ਲੋਕ ਕਿਸ ਦੀ ਰਚਨਾ ਹੈ? ਸ਼ੇਖ ਫਰੀਦ ਜੀ ਦੀ। 18ਵਾਂ ਪ੍ਰਸ਼ਨ, ਆਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ? ਸਹੁਰੇ ਘਰ ਵਿੱਚ ਨਿਮਰਤਾ ਤੇ ਅਧੀਨਗੀ ਨਾਲ ਰਹਿਣ ਦੀ। 19ਵਾਂ ਪ੍ਰਸ਼ਨ, ਗਵੱਈਏ ਨੇ ਕਿਹੜੇ ਸਾਜ਼ ਨਾਲ ਆਪਣਾ ਗਾਣਾ ਗਾਇਆ? ਹਾਰਮੋਨੀਅਮ ਨਾਲ। 20ਵਾਂ ਪ੍ਰਸ਼ਨ, ਜੀਤੋ ਦੇ ਵੀਰ ਨੇ ਗਾਣਾ ਕਿਉਂ ਬੰਦ ਕਰਾ ਦਿੱਤਾ? ਕਿਉਂਕਿ ਉਹ ਬਹੁਤ ਵੈਰਾਗਮਈ ਸੀ, ਉਦਾਸ ਕਰਨ ਵਾਲਾ ਸੀਗਾ। ਜੀਤੋ ਦਾ ਕਿਹੜਾ ਕੱਪੜਾ ਉਸਦੇ ਹੰਝੂਆਂ ਨਾਲ ਤਰ ਹੋ ਗਿਆ ਸੀ? ਚੋਪ। ਚੋਪ ਬੱਚਿਓ ਇੱਕ ਫੁਲਕਾਰੀ ਦੀ ਕਿਸਮ ਹੈ। 22ਵਾਂ ਪ੍ਰਸ਼ਨ, ਜੀਤੋ ਦੀ ਗੂੜੀ ਸਹੇਲੀ ਕਿੱਥੋਂ ਆਈ ਸੀ? ਗਵਾਂਢੀ ਪਿੰਡ ਤੋਂ। ਜੀਤੋ ਦੀ ਗੂੜੀ ਸਹੇਲੀ ਉਸ ਨਾਲ ਕਿਹੜੀ ਜਮਾਤ ਵਿੱਚ ਪੜ੍ਹਦੀ ਰਹੀ ਸੀ? 5ਵੀਂ ਵਿੱਚ। ਸਭ ਤੋਂ ਪਹਿਲਾਂ ਜੀਤੋ ਦੇ ਵੀਰ ਨੂੰ ਜੀਤੋ ਦੇ ਨਾਲ ਉਸਦੇ ਸਹੁਰੇ ਘਰ ਜਾਣ ਲਈ ਕਿਸਨੇ ਕਿਹਾ? ਉਸਦੀ ਗੂੜੀ ਸਹੇਲੀ ਨੇ। 25ਵਾਂ ਪ੍ਰਸ਼ਨ, ਕੌਣ ਜੀਤੋ ਦੇ ਨਾਲ ਉਸਦੇ ਸਹੁਰੇ ਘਰ ਜਾਣ ਲਈ ਨਹੀਂ ਸੀ ਮੰਨ ਰਿਹਾ? ਜੀਤੋ ਦਾ ਵੀਰ। ਪ੍ਰਸ਼ਨ 26ਵਾਂ, ਜੀਤੋ ਦੀ ਗੂੜੀ ਸਹੇਲੀ ਨੇ ਜੀਤੋ ਦੇ ਵੀਰ ਨੂੰ ਕੀ ਕਿਹਾ? ਉਹਨੇ ਕੀ ਕਿਹਾ ਸੀਗਾ ਕਿ ਉਹ ਜੀਤੋ ਦੇ ਨਾਲ ਉਹਦੇ ਸਹੁਰੇ ਆਪ ਜਾਵੇ। 27ਵਾਂ ਪ੍ਰਸ਼ਨ, ਜੀਤੋ ਦਾ ਵੀਰ ਕਿਸ ਨੂੰ ਜੀਤੋ ਦੇ ਨਾਲ ਉਸਦੇ ਸਹੁਰੇ ਘਰ ਭੇਜਣਾ ਚਾਹੁੰਦਾ ਸੀ? ਆਪਣੇ ਛੋਟੇ ਭਰਾ ਨੂੰ। ਜੀਤੋ ਦੇ ਵੀਰ ਨੂੰ ਗੱਚ ਕਿਸ ਗੱਲ ਕਰਕੇ ਆ ਗਿਆ? ਸਹੁਰੇ ਘਰ ਵਿੱਚ ਜੀਤੋ ਦੀ ਸਥਿਤੀ ਬਾਰੇ ਸੋਚ ਕੇ। ਉਹ ਇਹ ਸੋਚਦਾ ਹੈ ਨਾ ਕਿ ਉੱਥੇ ਜਾ ਕੇ ਉਹ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਪਾਏਗੀ। ਅੱਗੇ ਹੈ, ਜੀਤੋ ਨੀਲੋ ਖੇੜੀ ਵਿੱਚ ਆਪਣੇ ਵੀਰ ਕੋਲ ਕਿੰਨੇ ਮਹੀਨੇ ਰਹੀ ਸੀ? 4 ਮਹੀਨੇ। ਆਖਰੀ ਪ੍ਰਸ਼ਨ 30ਵਾਂ, ਅੰਤ ਵਿੱਚ ਜੀਤੋ ਨਾਲ ਉਸਦੇ ਸਹੁਰੇ ਘਰ ਕੌਣ ਗਿਆ? ਉੱਤਰ ਹੈ ਜੀਤੋ ਦਾ ਵੱਡਾ ਵੀਰ। ਸੋ ਹੁਣ ਇਸ ਤੋਂ ਬਾਅਦ ਇੱਕ ਤੁਹਾਡਾ ਸਾਰ ਰਹਿ ਜਾਂਦਾ, ਜਿਹਦੇ ਲਈ ਤੁਸੀਂ ਪੂਰੀ ਕਹਾਣੀ ਨੂੰ ਸੁਣੋਗੇ ਅਤੇ ਉਹਨੂੰ ਆਪਣੇ ਸ਼ਬਦਾਂ ਵਿੱਚ ਤੁਸੀਂ ਲਿਖੋਗੇ ਤਾਂ ਉਹ ਸਾਰ ਬਣ ਜਾਏਗਾ।